ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਆਪਣੀ 94ਵੀਂ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਸਾਹਿਤ ਰੂਪ ਵਿੱਚੋਂ ਨਿੱਕੀ ਕਹਾਣੀ ਬਾਰੇ ਗੱਲ ਕਰਾਂਗੇ। ਤੁਸੀਂ ਜਾਣਦੇ ਹੀ ਹੋ ਕਿ ਸਾਹਿਤ ਦੇ ਬਹੁਤ ਸਾਰੇ ਰੂਪ ਹੈ। ਅਸੀਂ ਬਹੁਤ ਛੋਟੀਆਂ ਜਮਾਤਾਂ ਤੋਂ ਹੀ ਹਰ ਸਾਹਿਤ ਦੇ ਰੂਪ ਬਾਰੇ ਪੜ੍ਹਨ ਲੱਗ ਜਾਂਦੇ ਹਾਂ, ਜਿਵੇਂ ਕਵਿਤਾ ਹੈ, ਨਾਵਲ ਹੈ, ਨਾਟਕ, ਇਕਾਂਗੀ, ਕਹਾਣੀ। ਉਹਦੇ ਵਿੱਚੋਂ ਕਹਾਣੀ ਪ੍ਰਮੁੱਖ ਸਾਹਿਤ ਰੂਪ ਹੈ। ਆਧੁਨਿਕ ਸਾਹਿਤ ਦਾ ਇਹ ਰੂਪ ਮੰਨਿਆ ਜਾਂਦਾ ਹੈ। ਇਹ ਜੇ ਅਸੀਂ ਦੇਖੀਏ ਤਾਂ ਬਹੁਤ ਪੁਰਾਣਾ ਵੀ ਹੈ, ਕਿਉਂਕਿ ਅਸੀਂ ਸ਼ੁਰੂ ਤੋਂ ਹੀ ਬਚਪਨ ਤੋਂ ਬਾਤਾਂ ਸੁਣਦੇ ਹਾਂ, ਕਥਾਵਾਂ ਸੁਣਦੇ ਹਾਂ। ਤਾਂ ਇਹ ਜਿਹੜੀਆਂ ਕਥਾਵਾਂ ਨੇ, ਇਹਦੇ ਨਾਲ ਸਾਡੇ ਨਿੱਕੀ ਕਹਾਣੀ ਸਾਹਿਤ ਰੂਪ ਦੇ ਗੁਣ ਮਿਲਦੇ ਨੇ। ਪਰ ਅੱਜ ਦੀ ਜਿਹੜੀ ਸਾਡੀ ਨਿੱਕੀ ਕਹਾਣੀ ਹੈ, ਇਹਦੇ ਤੇ ਪੱਛਮੀ ਸਾਹਿਤ ਦਾ ਜਾਂ ਪੱਛਮੀ ਕਹਾਣੀ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਇਸ ਕਰਕੇ ਬਹੁਤ ਸਾਰੇ ਵਿਦਵਾਨ ਇਹ ਮੰਨਦੇ ਹੈ ਕਿ ਸਾਡੀ ਜਿਹੜੀ ਪੰਜਾਬੀ ਦੀ ਨਿੱਕੀ ਕਹਾਣੀ ਹੈ, ਇਸ ਦਾ ਸੁਭਾਅ ਜ਼ਿਆਦਾਤਰ ਪੱਛਮੀ ਕਹਾਣੀ ਦੇ ਨਾਲ ਮਿਲਦਾ ਜੁਲਦਾ ਹੈ, ਜਾਂ ਉਹਦੇ ਤੋਂ ਇਹਨੇ ਜ਼ਿਆਦਾ ਪ੍ਰਭਾਵ ਲਿਆ ਤੇ ਹੌਲੀ ਹੌਲੀ ਵਿਕਸਿਤ ਹੋ ਕੇ ਅੱਜ ਦੇ ਰੂਪ ਦੇ ਨਾਲ ਸਾਡੇ ਸਾਹਮਣੇ ਆਈ। ਜਿਵੇਂ ਬੇਟਾ ਆਪਾਂ ਇਕਾਂਗੀ ਤੇ ਨਾਟਕ ਪੜ੍ਹਦੇ ਹਾਂ, ਉਸੇ ਤਰ੍ਹਾਂ ਨਿੱਕੀ ਕਹਾਣੀ ਹੈ ਜਿਹੜੀ, ਇਹ ਵੀ ਜੀਵਨ ਦੀ ਕਿਸੇ ਇੱਕ ਪੱਖ ਜਾਂ ਇੱਕ ਘਟਨਾ ਤੇ ਆਧਾਰਿਤ ਹੁੰਦੀ ਹੈ। ਪਰ ਇਹਦੇ ਵਿੱਚ ਨਾਟਕੀ ਗੁਣ ਇੰਨਾ ਜ਼ਿਆਦਾ ਤੀਬਰ ਹੁੰਦਾ ਹੈ ਕਿ ਪੜ੍ਹਨ ਵਾਲਾ ਪਾਠਕ ਹੈ ਜਿਹੜਾ, ਉਹ ਇਸ ਦੇ ਨਾਲ ਬੱਝ ਕੇ ਬੈਠ ਜਾਂਦਾ ਹੈ। ਉਹਦੇ ਮਨ ਦੇ ਵਿੱਚ ਇਹ ਜਾਣਨ ਦੀ ਇੱਛਾ ਰਹਿੰਦੀ ਹੈ ਕਿ ਅੱਗੇ ਕੀ ਹੋਊਗਾ, ਅੱਗੇ ਕੀ ਹੋਊਗਾ। ਇਹ ਸੋਚ ਕੇ ਉਤਸੁਕਤਾ ਉਹਦੇ ਮਨ ਦੇ ਵਿੱਚ ਪੈਦਾ ਹੁੰਦੀ ਹੈ ਤੇ ਉਹ ਚਾਹੁੰਦਾ ਹੈ ਕਿ ਉਹ ਇੱਕੋ ਵਾਰ ਬੈਠ ਕੇ ਸਾਰੀ ਦੀ ਸਾਰੀ ਕਹਾਣੀ ਨੂੰ ਪੜ੍ਹ ਲਵੇ। ਇਹ ਕਹਾਣੀ ਹੈ ਜਿਹੜੀ ਨਿੱਕੀ ਕਹਾਣੀ, ਇਹ ਇੱਕਦਮ ਹੀ ਸ਼ੁਰੂ ਹੁੰਦੀ ਹੈ, ਕਿਉਂਕਿ ਘਟਨਾ ਹੈ ਜਿਹੜੀ ਉਹ ਪਹਿਲਾਂ ਹੀ ਸਾਨੂੰ ਥੋੜ੍ਹੀ ਬਹੁਤ ਜਾਣਕਾਰੀ ਦੇ ਜਾਂਦੀ ਹੈ ਕਿ ਇਹਦੇ ਵਿੱਚ ਕੀ ਹੋਣ ਵਾਲਾ ਹੈ। ਪਰ ਅਖੀਰ ਹੈ ਜਿਹੜਾ, ਉੱਥੇ ਜਾ ਕੇ ਸਾਡੀ ਉਤਸੁਕਤਾ ਖਤਮ ਹੁੰਦੀ ਹੈ, ਕਿਉਂਕਿ ਉੱਥੇ ਸਾਨੂੰ ਜਿਹੜੀ ਵੀ ਘਟਨਾ ਹੈ ਉਹਦਾ ਵਿਸ਼ੇਸ਼ ਹਵਾਲਾ ਜਾਂ ਜਿਹੜੀ ਵੀ ਸਮੱਸਿਆ ਹੈ ਉਸ ਦਾ ਸਮਾਧਾਨ ਸਾਨੂੰ ਦਿਖਾਈ ਦਿੰਦਾ ਹੈ। ਤਾਂ ਨਿੱਕੀ ਕਹਾਣੀ ਬਾਰੇ ਬਹੁਤ ਸਾਰੇ ਪੱਛਮੀ ਵਿਦਵਾਨਾਂ ਨੇ ਪਰਿਭਾਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਉਹਨਾਂ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਨੇ, ਜਿਨ੍ਹਾਂ ਵਿੱਚੋਂ ਐਲਰੀ ਸੇਜ਼ਵਿਕ ਕਹਿੰਦਾ ਹੈ ਕਿ ਕਹਾਣੀ ਹੈ ਜਿਹੜੀ ਉਹ ਘੋੜ ਦੌੜ ਵਾਂਗ ਹੁੰਦੀ ਹੈ। ਜਿਵੇਂ ਘੋੜ ਦੌੜ ਦੀ ਸ਼ੁਰੂਆਤ ਤੇ ਅੰਤ ਮਹੱਤਵਪੂਰਨ ਹੁੰਦਾ ਹੈ, ਉਵੇਂ ਹੀ ਕਹਾਣੀ ਦੀ ਸ਼ੁਰੂਆਤ ਤੇ ਅੰਤ ਹੈ ਜਿਹੜਾ ਉਹ ਬਹੁਤ ਮਹੱਤਵ ਰੱਖਦਾ ਹੈ। ਇਸੇ ਤਰ੍ਹਾਂ ਹੀ ਇੱਕ ਵਿਦਵਾਨ ਹੈ ਐਲਨ, ਉਹ ਕਹਿੰਦਾ ਕਹਾਣੀ ਇੱਕ ਅਜਿਹੀ ਰਚਨਾ ਹੈ ਜਿਹਨੂੰ ਅਸੀਂ ਇੱਕੋ ਵਾਰ ਬੈਠ ਕੇ ਪੜ੍ਹ ਸਕਦੇ ਹਾਂ ਤੇ ਇਹ ਆਪਣੇ ਪਾਠਕਾਂ ਤੇ ਬਹੁਤ ਹੀ ਤਿੱਖਾ ਪ੍ਰਭਾਵ ਪਾਉਂਦੀ ਹੈ। ਤਾਂ ਇਹ ਦੋਨੇ ਪਰਿਭਾਸ਼ਾਵਾਂ ਨੇ ਜਿਹੜੀਆਂ ਉਹ ਸਾਹਿਤ ਜਗਤ ਦੇ ਵਿੱਚ ਨਿੱਕੀ ਕਹਾਣੀ ਬਾਰੇ ਕਾਫੀ ਪ੍ਰਸਿੱਧ ਹੈ। ਸਾਡੇ ਪ੍ਰਮੁੱਖ ਕਹਾਣੀਕਾਰ ਨੇ ਡਾਕਟਰ ਸਵਿੰਦਰ ਸਿੰਘ ਉੱਪਲ। ਇਹਨਾਂ ਦੀ ਕਹਾਣੀ ਤੁਸੀਂ 9ਵੀਂ ਜਮਾਤ ਦੇ ਵਿੱਚ ਜਨਮ ਦਿਨ ਪੜ੍ਹ ਚੁੱਕੇ ਹੋ। ਉਹਨਾਂ ਨੇ ਨਿੱਕੀ ਕਹਾਣੀ ਬਾਰੇ ਇੱਕ ਵਿਸ਼ੇਸ਼ ਪਰਿਭਾਸ਼ਾ ਦਿੱਤੀ ਹੈ। ਉਹ ਕਹਿੰਦੇ ਹੈ ਕਿ ਕਲਾਤਮਿਕ ਨਿੱਕੀ ਕਹਾਣੀ ਗਲਪ ਦਾ ਉਹ ਨਵੀਨ ਰੂਪ ਹੈ ਜੋ ਕਲਾਤਮਕ ਗੋਂਦ ਰਾਹੀਂ ਕਿਸੇ ਇੱਕ ਮੁਖੀ ਘਟਨਾ ਜਾਂ ਇੱਕ ਮੁਖੀ ਪਾਤਰ ਦਾ ਨਾਟਕੀ ਬਿਆਨ ਸੰਜਮ ਨਾਲ ਇਸ ਤਰ੍ਹਾਂ ਕਰਦੀ ਹੈ ਕਿ ਉਸ ਦਾ ਪ੍ਰਭਾਵ ਸੰਪੂਰਨ ਤੇ ਇਕਹਿਰਾ ਹੋ ਨਿਬੜਦਾ ਹੈ। ਤਾਂ ਇਸ ਪਰਿਭਾਸ਼ਾ ਦੇ ਵਿੱਚ ਉਹਨਾਂ ਨੇ ਨਿੱਕੀ ਕਹਾਣੀ ਦੀਆਂ ਵਿਸ਼ੇਸ਼ਤਾਵਾਂ, ਉਹਨਾਂ ਦੇ ਤੱਤ, ਉਹਦੇ ਗੁਣ, ਸਾਰਾ ਕੁਝ ਹੀ ਬਿਆਨ ਕਰਤਾ। ਇਹਦੀ ਸੰਖੇਪਤਾ ਬਾਰੇ ਵੀ ਦੱਸਤਾ, ਪਾਤਰਾਂ ਦੀ, ਘਟਨਾਵਾਂ ਦੀ ਸੰਖੇਪ ਗਿਣਤੀ ਬਾਰੇ ਵੀ ਸਾਨੂੰ ਦੱਸਤਾ, ਇਹਦੇ ਪ੍ਰਭਾਵ ਬਾਰੇ ਵੀ ਦੱਸਤਾ, ਤੇ ਇਸ ਦਾ ਇੱਕਦਮ ਜਿਹੜਾ ਨਾਟਕੀ ਬਿਆਨ ਹੈ, ਜਿਹੜਾ ਪਾਠਕ ਤੇ ਤਿੱਖਾ ਪ੍ਰਭਾਵ ਅੰਤ ਤੇ ਛੱਡ ਕੇ ਜਾਂਦਾ,
ਉਹਦੇ ਬਾਰੇ ਵੀ ਦੱਸਿਆ। ਤਾਂ ਇਸ ਲਈ ਇਹਨਾਂ ਸਾਰੀਆਂ ਪਰਿਭਾਸ਼ਾਵਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਨਿੱਕੀ ਕਹਾਣੀ ਹੈ ਜਿਹੜੀ ਉਹ ਜ਼ਿੰਦਗੀ ਦੇ ਕਿਸੇ ਇੱਕ ਪੱਖ ਦਾ ਚਿਤਰਨ ਕਰਦੀ ਹੈ ਤੇ ਅਸੀਂ ਉਸ ਪੱਖ ਦੀ ਗਹਿਰਾਈ ਦੇ ਵਿੱਚ ਉਤਰ ਜਾਂਦੇ ਹਾਂ। ਤਾਂ ਬੇਟਾ ਅਸੀਂ ਨਿੱਕੀ ਕਹਾਣੀ ਦੇ ਗੁਣ ਹੈ ਜਿਹੜੇ ਉਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨਿੱਕੀ ਕਹਾਣੀ ਦੇ ਵਿੱਚ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਹੋਣੀਆਂ ਜ਼ਰੂਰੀ ਹੈ ਤਾਂ ਜੋ ਉਹ ਪਾਠਕਾਂ ਤੇ ਤਿੱਖਾ ਪ੍ਰਭਾਵ ਪਾ ਸਕੇ, ਪਾਠਕਾਂ ਤੇ ਉਹਦਾ ਪ੍ਰਭਾਵ ਹੈ ਜਿਹੜਾ ਉਹ ਬਹੁਤ ਜ਼ਿਆਦਾ ਪਵੇ। ਇਹਦੇ ਲਈ ਉਸ ਦੇ ਵਿੱਚ ਕਿਹੜੇ ਗੁਣ ਹੈ ਜਿਹੜੇ ਉਹ ਪ੍ਰਮੁੱਖ ਤੌਰ ਤੇ ਹੋਣੇ ਚਾਹੀਦੇ ਹੈ। ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਨਿੱਕਾ ਆਕਾਰ। ਜਿਹੜੀ ਕਹਾਣੀ ਹੈ ਉਹਦੀ ਪਹਿਲੀ ਵਿਸ਼ੇਸ਼ਤਾ ਇਹੀ ਹੈ ਕਿ ਇਹ ਬਹੁਤ ਜ਼ਿਆਦਾ ਲੰਬੀ ਨਹੀਂ ਹੋਣੀ ਚਾਹੀਦੀ, ਕਿਉਂਕਿ ਲੰਬਾਈ ਹੈ ਜਿਹੜੀ ਕਥਾ ਦੇ ਵਿੱਚ ਉਹਦਾ ਸੰਬੰਧ ਨਾਵਲ ਨਾਲ ਹੈ। ਤਾਂ ਕਹਾਣੀ ਹੈ ਜਿਹੜੀ ਉਹਦਾ ਆਕਾਰ ਛੋਟਾ ਹੋਣਾ ਚਾਹੀਦਾ ਤੇ ਇਸ ਦੇ ਵਿੱਚ ਸਾਰੀ ਜ਼ਿੰਦਗੀ ਦੀ ਪੇਸ਼ਕਾਰੀ ਨਹੀਂ ਹੋਣੀ ਚਾਹੀਦੀ, ਸਗੋਂ ਅਸੀਂ ਜ਼ਿੰਦਗੀ ਦੀ ਕਿਸੇ ਇੱਕ ਘਟਨਾ ਹੈ ਜਿਹੜੀ ਉਸ ਨੂੰ ਹੀ ਲੈਣਾ। ਤਾਂ ਉਹ ਇਹ ਕਹਾਣੀ ਦੀ ਵਿਸ਼ੇਸ਼ਤਾ ਹੈ ਕਿ ਇਹ ਇੱਕ ਵਿਸ਼ੇਸ਼ ਛਿਣ, ਵਿਸ਼ੇਸ਼ ਅਨੁਭਵ ਦਾ ਭਾਵ ਹੈ ਜਿਹੜਾ ਉਹ ਪਾਠਕ ਤੇ ਛੱਡਦੀ ਹੈ, ਜਿਹੜਾ ਕਿ ਬਹੁਤ ਹੀ ਤਿੱਖਾ ਹੁੰਦਾ ਹੈ। ਦੂਸਰਾ ਗੁਣ ਅਸੀਂ ਕਹਿ ਸਕਦੇ ਹਾਂ ਪ੍ਰਭਾਵ ਦੀ ਇਕਾਗਰਤਾ। ਨਿੱਕੀ ਕਹਾਣੀ ਹੈ ਜਿਹੜੀ ਉਹ ਬਹੁਤ ਪ੍ਰਭਾਵਸ਼ੀਲ ਹੋਣੀ ਚਾਹੀਦੀ ਹੈ। ਤਾਂ ਲੇਖਕ ਹੈ ਜਿਹੜਾ ਉਹ ਜ਼ਿੰਦਗੀ ਦੀ ਅਜਿਹੀ ਘਟਨਾ ਨੂੰ ਲਵੇ ਜਿਹਦੀ ਸਾਡੇ ਮਨ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਣ ਦੀ ਸਮਰੱਥਾ ਹੋਵੇ। ਕਈ ਵਾਰ ਲੇਖਕ ਅਜਿਹੀਆਂ ਘਟਨਾਵਾਂ ਲੈ ਲੈਂਦੇ ਹੈ ਜਿਹੜੀਆਂ ਬਹੁਤੀਆਂ ਪ੍ਰਭਾਵਸ਼ਾਲੀ ਨਹੀਂ ਹੁੰਦੀਆਂ, ਜੇਕਰ ਉਹਨਾਂ ਨੂੰ ਲੈ ਕੇ ਕਿਸੇ ਕਹਾਣੀ ਦੀ ਸਿਰਜਣਾ ਕੀਤੀ ਜਾਵੇ ਤਾਂ ਫਿਰ ਕਹਾਣੀ ਹੈ ਜਿਹੜੀ ਉਹ ਬਹੁਤਾ ਪ੍ਰਭਾਵ ਨਹੀਂ ਪਾਉਂਦੀ। ਤਾਂ ਅਜਿਹੀ ਘਟਨਾ ਦੀ ਚੋਣ ਕਰਨੀ ਚਾਹੀਦੀ ਹੈ ਜਿਸ ਦਾ ਸਾਡੇ ਤੇ ਬਹੁਤ ਹੀ ਤਿੱਖਾ ਪ੍ਰਭਾਵ ਪਵੇ। ਅਗਲਾ ਗੁਣ ਅਸੀਂ ਕਹਿ ਸਕਦੇ ਹਾਂ ਕਲਾਤਮਿਕਤਾ। ਹੁਣ ਸਾਹਿਤ ਦਾ ਰੂਪ ਹੈ ਕਹਾਣੀ ਤੇ ਸਾਹਿਤ ਦੀ ਵਿਸ਼ੇਸ਼ਤਾ ਹੈ ਕਿ ਇਹਦੇ ਵਿੱਚ ਕਲਾ ਹੈ ਜਿਹੜੀ ਉਹ ਹੋਣੀ ਹੈ, ਜਾਂ ਕਲਾ ਤੇ ਸਾਹਿਤ ਦਾ ਆਪਸ ਦੇ ਵਿੱਚ ਡੂੰਘਾ ਸੰਬੰਧ ਹੈ ਹੀ। ਤਾਂ ਬੇਟਾ ਕਹਾਣੀ ਹੈ ਜਿਹੜੀ ਉਹ ਹਮੇਸ਼ਾ ਕਹਾਣੀ ਦੇ ਰੂਪ ਦੀਆਂ ਸੀਮਾਵਾਂ ਦੇ ਅੰਦਰ ਹੀ ਹੋਣੀ ਚਾਹੀਦੀ ਹੈ। ਅਜਿਹਾ ਨਾ ਹੋਵੇ ਕਿ ਕਹਾਣੀਕਾਰ ਹੈ ਜਿਹੜਾ ਉਹ ਸਾਰੀ ਕਹਾਣੀ ਵਿੱਚ ਸਿੱਧਾ ਬਿਆਨ ਨਹੀਂ ਕਰੇ ਤੱਥਾਂ ਦਾ ਜਾਂ ਘਟਨਾਵਾਂ ਦਾ, ਪਰ ਜੇਕਰ ਉਹ ਸਿੱਧਾ ਬਿਆਨ ਨਹੀਂ ਕਰੂਗਾ ਫਿਰ ਤਾਂ ਉਹ ਇੱਕ ਦਸਤਾਵੇਜ਼ ਬਣ ਜਾਊਗੀ, ਉਹਨੇ ਕਹਾਣੀ ਨਹੀਂ ਰਹਿਣਾ ਤੇ ਉਹ ਕਿਸੇ ਚੀਜ਼ ਦਾ, ਕਿਸੇ ਤੱਥ ਦਾ ਸਿਰਫ ਪ੍ਰਚਾਰ ਕਰੂਗੀ। ਤਾਂ ਇਹਦੇ ਵਿੱਚ ਕਲਾਤਮਿਕ ਅੰਸ਼ ਹੈ ਜਿਹੜੇ ਉਹ ਹੋਣੇ ਬਹੁਤ ਹੀ ਜ਼ਰੂਰੀ ਹੈ। ਅੱਗੇ ਹੈ ਰੌਚਕਤਾ। ਕਹਾਣੀ ਹੈ ਜਿਹੜੀ ਉਹ ਭਰਪੂਰ ਰੌਚਕਤਾ ਵਾਲੀ ਹੋਣੀ ਚਾਹੀਦੀ ਹੈ। ਰੌਚਕਤਾ ਤੋਂ ਬਿਨਾਂ ਤਾਂ ਕਹਾਣੀ ਹੈ ਜਿਹੜੀ ਉਸ ਦੇ ਵਿੱਚ ਕੋਈ ਅਜਿਹਾ ਅੰਸ਼ ਰਹਿੰਦਾ ਹੀ ਨਹੀਂ ਕਿ ਉਹ ਪਾਠਕ ਨੂੰ ਆਪਣੇ ਨਾਲ ਬੰਨ੍ਹ ਸਕੇ। ਹੁਣ ਬੇਟਾ ਜ਼ਿੰਦਗੀ ਦੀ ਇੱਕ ਘਟਨਾ ਨੂੰ ਕਹਾਣੀਕਾਰ ਨੇ ਲੈਣਾ ਹੈ ਤਾਂ ਉਹ ਸਾਰੀ ਜ਼ਿੰਦਗੀ ਦੇ ਵਿੱਚੋਂ ਜਿਹੜੀ ਚੋਣ ਘਟਨਾ ਦੀ ਕਰਨੀ ਹੈ ਉਹ ਅਜਿਹੀ ਹੋਣੀ ਚਾਹੀਦੀ ਹੈ ਜਿਹੜੀ ਕਿ ਬਹੁਤ ਹੀ ਰੌਚਕ ਹੋਵੇ ਤੇ ਇਹਦੇ ਨਾਲ ਉਹ ਅਜਿਹਾ ਪ੍ਰਗਟਾ ਕਰੇ ਰੌਚਕਤਾ ਦੇ ਨਾਲ ਉਸ ਘਟਨਾ ਦਾ ਕਹਾਣੀ ਦੇ ਵਿੱਚ ਕਿ ਉਹ ਪਾਠਕ ਤੇ ਜ਼ਿਆਦਾ ਪ੍ਰਭਾਵ ਪਾਵੇ। ਇਹ ਕਹਾਣੀਕਾਰ ਕੋਲੇ ਖੁੱਲ੍ਹ ਹੁੰਦੀ ਹੈ ਕਿ ਉਹ ਜ਼ਿੰਦਗੀ ਦੀ ਕਿਸੇ ਵੀ ਰੌਚਕ ਘਟਨਾ ਦੀ ਚੋਣ ਕਰ ਸਕਦਾ। ਅਗਲਾ ਹੈ ਬੇਟਾ ਇਹਦੀ ਵਿਸ਼ੇਸ਼ਤਾ ਗਤੀਸ਼ੀਲਤਾ। ਕਹਾਣੀ ਵਿੱਚ ਗਤੀਸ਼ੀਲਤਾ ਹੈ ਜਿਹੜੀ ਉਹ ਇਹਦਾ ਵਿਸ਼ੇਸ਼ ਗੁਣ ਹੈ। ਜੇ ਅਸੀਂ ਕਹਾਣੀ ਹੈ ਜਿਹੜੀ ਉਹਦਾ ਨਾਵਲ ਦੇ ਨਾਲ ਮੁਕਾਬਲਾ ਕਰੀਏ ਤਾਂ ਨਾਵਲ ਦੇ ਵਿੱਚ ਗਤੀਸ਼ੀਲਤਾ ਇੰਨੀ ਜ਼ਿਆਦਾ ਨਹੀਂ ਹੁੰਦੀ, ਉਹਦੇ ਵਿੱਚ ਵਿਸਥਾਰ ਜ਼ਿਆਦਾ ਹੁੰਦਾ ਹੈ, ਘਟਨਾਵਾਂ ਜ਼ਿਆਦਾ ਹੁੰਦੀਆਂ ਨੇ। ਪਰ ਕਹਾਣੀ ਹੈ ਜਿਹੜੀ ਉਹ ਕਿਸੇ ਇੱਕ ਘਟਨਾ ਤੇ ਆਧਾਰਿਤ ਹੁੰਦੀ ਹੈ ਤੇ ਇਹਦੇ ਵਿੱਚ ਵਿਸਥਾਰ ਵੀ ਘੱਟ ਹੁੰਦਾ ਹੈ। ਤਾਂ ਇਸ ਲਈ ਇਹਦੇ ਵਿੱਚ ਗਤੀਸ਼ੀਲਤਾ ਹੋਣੀ ਬਹੁਤ ਜ਼ਰੂਰੀ ਹੈ, ਜਿਸ ਦੇ ਨਾਲ ਇਸ ਦੇ ਵਿੱਚ ਇੱਕ ਤਰ੍ਹਾਂ ਦੀ ਚੁਸਤੀ ਜਾਂ ਤੇਜ਼ੀ ਰਹਿੰਦੀ ਹੈ। ਤਾਂ ਘਟਨਾ ਨੂੰ ਬਹੁਤ ਜ਼ਿਆਦਾ ਲੰਮੀ ਨਹੀਂ ਕਰਨਾ ਚਾਹੀਦਾ ਕਹਾਣੀਕਾਰ ਨੂੰ, ਉਹਨੂੰ ਬੋਝਲ ਨਹੀਂ ਬਣਾਉਣਾ ਚਾਹੀਦਾ,
ਸਗੋਂ ਉਸ ਦੇ ਵਿੱਚ ਗਤੀਸ਼ੀਲਤਾ ਦਾ ਧਿਆਨ ਵਿਸ਼ੇਸ਼ ਤੌਰ ਤੇ ਰੱਖਣਾ ਜ਼ਰੂਰੀ ਹੈ। ਤਾਂ ਇਹ ਜਿਹੜੇ ਅਸੀਂ ਹੁਣ ਪੱਖ ਲਏ ਹੈ, ਇਹ ਸਾਰੇ ਕਹਾਣੀ ਦੀਆਂ ਵਿਸ਼ੇਸ਼ਤਾਵਾਂ ਜਾਂ ਕਹਾਣੀ ਦੇ ਗੁਣ ਹੈ। ਜੇ ਕਹਾਣੀਕਾਰ ਇਹਨਾਂ ਗੱਲਾਂ ਨੂੰ ਆਪਣੇ ਮਨ ਦੇ ਵਿੱਚ ਰੱਖੇ, ਫਿਰ ਘਟਨਾ ਦੀ ਚੋਣ ਕਰਕੇ ਕਹਾਣੀ ਹੈ ਜਿਹੜੀ ਉਸ ਦੀ ਸਿਰਜਣਾ ਕਰੇ, ਤਾਂ ਉਸ ਦੀ ਕਹਾਣੀ ਪਾਠਕ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਵੇਗੀ ਤੇ ਪ੍ਰਭਾਵਸ਼ਾਲੀ ਹੋਵੇਗੀ। ਇਹਨਾਂ ਵਿਸ਼ੇਸ਼ਤਾਵਾਂ ਜਾਂ ਗੁਣਾਂ ਦੇ ਨਾਲ ਨਾਲ ਅਸੀਂ ਕਹਾਣੀ ਦੇ ਤੱਤਾਂ ਦੀ ਗੱਲ ਕਰਦੇ ਹਾਂ। ਕਹਾਣੀ ਦੇ ਵਿੱਚ ਪ੍ਰਮੁੱਖ ਤੌਰ ਤੇ 6 ਤੱਤ ਮੰਨੇ ਜਾਂਦੇ ਹੈ, ਜਿਹਦੇ ਵਿੱਚੋਂ ਸਭ ਤੋਂ ਪਹਿਲਾ ਤੱਤ ਹੈ ਜਿਹੜਾ ਉਹ ਕਹਾਣੀ ਦਾ ਕਥਾ ਵਸਤੂ ਹੈ। ਹੁਣ ਸਾਡੀ ਜ਼ਿੰਦਗੀ ਹੈ ਜਿਹੜੀ, ਉਹਦੀ ਹਰ ਇੱਕ ਘਟਨਾ ਕਹਾਣੀ ਦਾ ਕਥਾ ਵਸਤੂ ਬਣ ਸਕਦੀ ਹੈ, ਕਿਉਂਕਿ ਬਹੁਤ ਸਾਰੀਆਂ ਸਾਡੀ ਜ਼ਿੰਦਗੀ ਦੇ ਵਿੱਚ ਘਟਨਾਵਾਂ ਵਾਪਰਦੀਆਂ ਜਿਨ੍ਹਾਂ ਵਿੱਚੋਂ ਕਿਸੇ ਨੂੰ ਵੀ ਕਥਾ ਵਸਤੂ ਬਣਾਇਆ ਜਾ ਸਕਦਾ। ਪਰ ਕਿਸੇ ਇੱਕ ਵਿਸ਼ੇਸ਼ ਚਰਿੱਤਰ ਉੱਤੇ ਰੋਸ਼ਨੀ ਪਾਉਣੀ, ਇਹ ਕਹਾਣੀਕਾਰ ਨੇ ਦੇਖਣਾ ਹੈ ਕਿ ਕਿਹੜਾ ਅਸੀਂ ਚਰਿੱਤਰ ਹੈ ਜਿਹੜਾ ਉਹ ਲੈਣਾ ਹੈ, ਜਿਸ ਦੇ ਨਾਲ ਕਹਾਣੀ ਦਾ ਪ੍ਰਭਾਵ ਕਹਾਣੀਕਾਰ ਤੇ ਵੱਧ ਤੋਂ ਵੱਧ ਪਵੇ। ਤਾਂ ਕੋਈ ਵੀ ਵਿਸ਼ਾ ਲਿਆ ਜਾ ਸਕਦਾ, ਅਜਿਹਾ ਨਹੀਂ ਵਿਸ਼ਾ ਹੋਣਾ ਚਾਹੀਦਾ ਜਿਸ ਦੇ ਵਿੱਚ ਕਲਾਤਮਿਕ ਅੰਸ਼ ਹੈ ਜਿਹੜੇ ਉਹ ਬਹੁਤ ਘੱਟ ਹੋਣ, ਜਾਂ ਰੌਚਕਤਾ ਨਾ ਹੋਵੇ, ਜਾਂ ਪ੍ਰਭਾਵਸ਼ੀਲਤਾ ਨਾ ਹੋਵੇ। ਸਗੋਂ ਸਾਡੀ ਰੋਜ਼ ਦੀ ਜ਼ਿੰਦਗੀ ਦੀਆਂ ਅਜਿਹੀਆਂ ਸਥਿਤੀਆਂ ਦਾ ਬਿਆਨ ਕਰਨ ਵਾਲੀ ਹੋਣੀ ਚਾਹੀਦੀ ਹੈ ਕਥਾ ਵਸਤੂ, ਜਿਹੜੀ ਸਧਾਰਨ ਵੀ ਹੋਵੇ ਤੇ ਪ੍ਰਭਾਵਸ਼ਾਲੀ ਵੀ ਹੋਵੇ। ਤੁਸੀਂ ਹੁਣ ਤੱਕ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਆਪਣੇ ਸਕੂਲੀ ਪਾਠਕ੍ਰਮ ਦੇ ਵਿੱਚ ਵੀ ਤੇ ਇਸ ਤੋਂ ਇਲਾਵਾ ਲਾਇਬ੍ਰੇਰੀ ਦੇ ਵਿੱਚੋਂ ਕਿਤਾਬਾਂ ਲੈ ਕੇ ਵੀ ਪੜ੍ਹੀਆਂ ਨੇ। ਉਹਨਾਂ ਵਿੱਚੋਂ ਬਹੁਤ ਸਾਰੀਆਂ ਕਹਾਣੀਆਂ ਤੁਹਾਨੂੰ ਅੱਜ ਵੀ ਯਾਦ ਹੋਣਗੀਆਂ। ਇਹਦਾ ਕਾਰਨ ਇਹ ਹੈ ਕਿ ਉਹ ਤੁਹਾਡੇ ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਕੇ ਗਈਆਂ। ਪ੍ਰਭਾਵ ਤਾਂ ਹੀ ਪਾਇਆ ਉਹਨਾਂ ਨੇ ਕਿਉਂਕਿ ਉਹਨਾਂ ਦਾ ਕਥਾ ਵਸਤੂ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਸੀ। ਤਾਂ ਕਹਾਣੀ ਦੀ ਗੋਂਦ ਜਾਂ ਕਥਾਨਕ ਜਿਹੜਾ ਹੈ ਉਹ ਸੰਖੇਪ ਤੇ ਸਰਲ ਹੁੰਦਾ ਹੈ। ਇਹਦਾ ਆਰੰਭ ਬਹੁਤ ਨਾਟਕੀ ਢੰਗ ਦੇ ਨਾਲ ਹੋਣਾ ਚਾਹੀਦਾ ਹੈ। ਪਹਿਲਾ ਜਿਹੜਾ ਉਸ ਦਾ ਵਾਕ ਹੈ ਉਹਦੇ ਵਿੱਚ ਹੀ ਸਾਨੂੰ ਕਹਾਣੀ ਦੀ ਸਮੱਸਿਆ ਦਾ ਪਤਾ ਲੱਗ ਜਾਂਦਾ ਹੈ। ਫਿਰ ਹੌਲੀ ਹੌਲੀ ਕਹਾਣੀ ਹੈ ਜਿਹੜੀ ਉਹ ਅਗਾਂਹ ਵੱਧਦੀ ਹੈ ਤੇ ਅੰਤ ਹੈ ਜਿਹੜਾ ਉਸ ਦਾ ਬਹੁਤ ਹੀ ਹੈਰਾਨੀਜਨਕ ਹੁੰਦਾ ਹੈ। ਕਈ ਵਿਦਵਾਨ ਇਹ ਕਹਿੰਦੇ ਆ ਕਿ ਕਹਾਣੀ ਦਾ ਅੰਤ ਹੈ ਜਿਹੜਾ ਉਹ ਬੰਦੂਕ ਵਿੱਚੋਂ ਨਿਕਲੀ ਗੋਲੀ ਵਰਗਾ ਹੁੰਦਾ ਹੈ ਤੇ ਪਾਠਕਾਂ ਤੇ ਉਹ ਕੁਝ ਅਣਕਿਹਾ ਹੀ ਪ੍ਰਭਾਵ ਹੈ ਜਿਹੜਾ ਉਹ ਛੱਡ ਜਾਂਦਾ ਹੈ। ਨਿੱਕੀ ਕਹਾਣੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਚੁਸਤ ਹੁੰਦੀ ਹੈ, ਪਰ ਸੰਜਮਤਾ ਤੇ ਸੰਖੇਪਤਾ ਨਿੱਕੀ ਕਹਾਣੀ ਦੇ ਵਿਸ਼ੇਸ਼ ਗੁਣ ਨੇ। ਤਾਂ ਇਹਨਾਂ ਦਾ ਕਥਾਨਕ ਇਸ ਢੰਗ ਦੇ ਨਾਲ ਉਸਰਿਆ ਹੋਇਆ ਹੋਣਾ ਚਾਹੀਦਾ ਹੈ। ਦੂਸਰਾ ਜਿਹੜਾ ਤੱਤ ਹੈ ਉਹ ਹੈ ਪਾਤਰ ਤੇ ਪਾਤਰ ਚਿਤਰਨ। ਹੁਣ ਅਸੀਂ ਕਥਾ ਵਸਤੂ ਹੈ ਜਿਹੜੀ ਉਹ ਕਹਾਣੀ ਦੀ ਲਈ, ਕਥਾ ਤਾਂ ਹੀ ਅੱਗੇ ਵਧੇਗੀ ਜੇਕਰ ਉਸ ਦੇ ਵਿੱਚ ਪਾਤਰ ਹੋਣਗੇ, ਕਿਉਂਕਿ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹ ਕਿਸੇ ਨਾ ਕਿਸੇ ਪਾਤਰ ਦੇ ਨਾਲ ਹੀ ਵਾਪਰਦੀਆਂ ਨੇ ਨਾ। ਇਸ ਕਰਕੇ ਪਾਤਰ ਚਿਤਰਨ ਦਾ ਵੀ ਬਹੁਤ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਕਹਾਣੀ ਕਿਸੇ ਤਰ੍ਹਾਂ ਦੀ ਵੀ ਹੋਵੇ, ਪਾਤਰ ਹੈ ਜਿਹੜਾ ਉਸ ਦੇ ਯੋਗਦਾਨ ਨੂੰ ਅਸੀਂ ਘੱਟ ਨਹੀਂ ਕਹਿ ਸਕਦੇ, ਕਿਉਂਕਿ ਕਹਾਣੀ ਕੋਈ ਇਤਿਹਾਸਿਕ ਵੀ ਹੋ ਸਕਦੀ ਹੈ, ਪੌਰਾਣਿਕ ਵੀ ਹੋ ਸਕਦੀ ਹੈ, ਸਮਾਜਿਕ ਜਾਂ ਮਨੋਵਿਗਿਆਨਿਕ ਵੀ ਹੋ ਸਕਦੀ ਹੈ। ਕਹਾਣੀ ਦੀਆਂ ਘਟਨਾਵਾਂ ਜਿਹੜੀਆਂ ਉਹਨਾਂ ਦੀ ਆਪਣੀ ਵਿਸ਼ੇਸ਼ਤਾ ਹੈ ਜਿਹੜੀ ਹੁੰਦੀ ਹੈ, ਪਰ ਘਟਨਾਵਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਜਿਵੇਂ ਪਾਤਰਾਂ ਤੋਂ ਬਿਨਾਂ ਵਾਪਰ ਹੀ ਨਹੀਂ ਸਕਦੀਆਂ। ਇਸ ਲਈ ਪਾਤਰ ਚਿਤਰਨ ਦੀ ਸਫਲਤਾ ਦੇ ਆਧਾਰ ਤੇ ਹੀ ਕਹਾਣੀ ਦੀ ਸਫਲਤਾ ਆ ਟਿਕਦੀ ਹੈ। ਤਾਂ ਪਾਤਰ ਚਿਤਰਨ ਕਰਨ ਵੇਲੇ ਸਭ ਤੋਂ ਪਹਿਲੀ ਗੱਲ ਇਹੀ ਧਿਆਨ ਰੱਖਣੀ ਚਾਹੀਦੀ ਹੈ ਕਿ ਪਾਤਰਾਂ ਦੀ ਗਿਣਤੀ ਜ਼ਿਆਦਾ ਨਾ ਹੋਵੇ। ਹੁਣ ਅਸੀਂ ਕਹਿੰਦੇ ਹਾਂ ਕਿ ਨਿੱਕੀ ਕਹਾਣੀ ਦੇ ਵਿੱਚ ਘਟਨਾਵਾਂ ਵੀ ਘੱਟ ਤੋਂ ਘੱਟ ਹੁੰਦੀਆਂ ਨੇ, ਸੰਜਮਤਾ ਸੰਖੇਪਤਾ ਇਹਦਾ ਗੁਣ ਹੈ, ਤਾਂ ਫਿਰ ਜ਼ਰੂਰ ਹੀ ਪਾਤਰਾਂ ਦੀ ਗਿਣਤੀ ਹੈ ਜਿਹੜੀ ਉਹ ਵੀ ਘੱਟ ਹੋਣੀ ਚਾਹੀਦੀ ਹੈ। ਠੀਕ ਹੈ ਨਾ। ਜੇ ਪਾਤਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੋਣਗੇ ਤਾਂ ਸਾਨੂੰ ਇਹੀ ਨਹੀਂ ਪਤਾ ਲੱਗਣਾ ਕਿ ਜਿਹੜੀ ਕਹਾਣੀ ਦੀ ਘਟਨਾ ਹੈ ਉਹ ਕਿੱਧਰ ਨੂੰ ਜਾ ਰਹੀ ਹੈ, ਕਹਾਣੀ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ। ਇਸ ਲਈ ਪਾਤਰ ਘੱਟ ਹੋਣੇ ਚਾਹੀਦੇ ਹੈ। ਕੁਝ ਵਿਸ਼ੇਸ਼ ਪਾਤਰ ਹੈ ਜਿਹੜੇ ਉਹਨਾਂ ਦਾ ਚਿਤਰਣ ਬਹੁਤ ਵਧੀਆ ਢੰਗ ਦੇ ਨਾਲ ਕੀਤਾ ਹੋਇਆ ਹੋਣਾ ਚਾਹੀਦਾ।
ਕਿਉਂਕਿ ਕਹਾਣੀ ਦਾ ਆਕਾਰ ਨਿਸ਼ਚਿਤ ਹੁੰਦਾ ਹੈ ਤੇ ਇਸ ਦੇ ਵਿੱਚ ਜੀਵਨ ਦਾ ਕੋਈ ਇੱਕ ਸਜੀਵ ਬਿੰਬ ਹੀ ਪੇਸ਼ ਕੀਤਾ ਜਾ ਸਕਦਾ ਹੈ। ਅਗਲਾ ਤੱਤ ਹੈ ਬੇਟਾ ਵਾਰਤਾਲਾਪ। ਵਾਰਤਾਲਾਪ ਅਸੀਂ ਸੌਖੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਗੱਲਬਾਤ। ਤਾਂ ਗੱਲਬਾਤ ਹੈ ਜਿਹੜੀ, ਇਹਦਾ ਵੀ ਕਹਾਣੀ 'ਚ ਪ੍ਰਮੁੱਖ ਸਥਾਨ ਹੈ। ਇਹ ਕਹਾਣੀ 'ਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹੈ ਕਿਉਂਕਿ ਇਹਦੇ ਨਾਲ ਹੀ ਜਿਹੜੀ ਕਥਾ ਹੈ ਉਹ ਅਗਾਂਹ ਨੂੰ ਜਾਂਦੀ ਹੈ ਤੇ ਪਾਤਰਾਂ ਦਾ ਪਾਤਰ ਚਿੱਤਰਨ ਹੈ ਜਿਹੜਾ ਉਹ ਸਾਡੇ ਸਾਹਮਣੇ ਪੇਸ਼ ਹੁੰਦਾ ਹੈ। ਤਾਂ ਇਹ ਵਾਰਤਾਲਾਪਾਂ ਦੇ ਰਾਹੀਂ ਹੀ ਪਾਤਰਾਂ ਦੇ ਚਿੱਤਰਨ ਵਿੱਚ ਵਿਲੱਖਣਤਾ ਜਾਂ ਸੁਭਾਵਿਕਤਾ ਆਉਂਦੀ ਹੈ ਤੇ ਇਹਦੇ ਨਾਲ ਕਹਾਣੀ ਰੌਚਕ ਵੀ ਲੱਗਦੀ ਹੈ ਤੇ ਸਾਨੂੰ ਕਹਾਣੀ ਦੇ ਵਿੱਚ ਰਵਾਨਗੀ ਵੀ ਦਿਖਾਈ ਦਿੰਦੀ ਹੈ। ਤਾਂ ਕਹਾਣੀ ਦਾ ਕੋਈ ਵਿਸ਼ੇਸ਼ ਜੇ ਵਾਤਾਵਰਨ ਚਿੱਤਰਨਾ ਹੈ ਤਾਂ ਉਹ ਵੀ ਵਾਰਤਾਲਾਪਾਂ ਰਾਹੀਂ ਹੀ ਚਿਤਰਿਆ ਜਾ ਸਕਦਾ ਹੈ। ਤਾਂ ਕਹਾਣੀ ਦੇ ਵਿੱਚ ਸੁਭਾਵਿਕਤਾ ਤੇ ਯਥਾਰਥਿਕਤਾ ਦੇ ਗੁਣ ਹੈ ਜਿਹੜੇ ਉਹ ਵਾਰਤਾਲਾਪ ਰਾਹੀਂ ਹੀ ਆਉਂਦੇ ਹੈ। ਤਾਂ ਵਾਰਤਾਲਾਪ ਅਜਿਹੇ ਹੋਣੇ ਚਾਹੀਦੇ ਹੈ ਜਿਹੜੇ ਚੁਸਤ, ਸੁਭਾਵਿਕ ਤੇ ਪਾਤਰਾਂ ਦੇ ਅਨੁਕੂਲ ਹੋਣ। ਭਾਵ ਜਿਸ ਤਰ੍ਹਾਂ ਦੀ ਸਾਡੀ ਕਥਾਨਕ ਹੈ, ਜਿਸ ਤਰ੍ਹਾਂ ਦੇ ਅਸੀਂ ਪਾਤਰਾਂ ਦੀ ਚੋਣ ਕੀਤੀ ਹੈ, ਉਸ ਤਰ੍ਹਾਂ ਦੇ ਵਾਰਤਾਲਾਪ ਹੋਣੇ ਚਾਹੀਦੇ ਹੈ। ਉਦਾਹਰਨ ਦੇ ਤੌਰ ਤੇ ਕਿ ਜੇਕਰ ਸਾਡੀ ਕਹਾਣੀ ਦੇ ਵਿੱਚ ਅਜਿਹੀ ਘਟਨਾ ਹੈ ਜਿਹਦੇ ਵਿੱਚ ਅਸੀਂ ਪੜ੍ਹੇ ਲਿਖੇ ਪਾਤਰ ਦਿਖਾ ਰਹੇ ਹਾਂ ਤਾਂ ਉਹਨਾਂ ਦੀ ਸ਼ਬਦਾਵਲੀ ਹੈ ਜਿਹੜੀ ਉਹ ਵੱਖਰੀ ਹੋਊਗੀ। ਜੇਕਰ ਅਸੀਂ ਬਿਲਕੁਲ ਕੋਈ ਅਜਿਹੀ ਘਟਨਾ ਦਾ ਚਿੱਤਰਨ ਕਰ ਰਹੇ ਹਾਂ ਜਿਸ ਦੇ ਵਿੱਚ ਸਾਡੇ ਪਾਤਰ ਹੈ ਜਿਹੜੇ ਉਹ ਪੇਂਡੂ ਖੇਤਰ ਨਾਲ ਸੰਬੰਧ ਰੱਖਦੇ ਆ ਜਾਂ ਹੱਥੀਂ ਕੰਮ ਕਰਨ ਵਾਲੇ ਹੈ ਤਾਂ ਉਹਨਾਂ ਦੇ ਜਿਹੜੇ ਵਾਰਤਾਲਾਪ ਹੈ ਉਹ ਹੋਰ ਤਰ੍ਹਾਂ ਦੇ ਹੋਣਗੇ। ਤਾਂ ਬੇਟਾ ਇਹ ਜਿਹੜੇ ਵਾਰਤਾਲਾਪ ਹੈ ਇਹ ਪਾਤਰਾਂ ਦੀ ਮਨੋਦਿਸ਼ਾ, ਗੁਣਾ ਔਗੁਣਾ, ਸ਼ਖਸੀਅਤ ਤੇ ਯੋਗਤਾਵਾਂ ਦੇ ਅਨੁਸਾਰ ਹੋਣੇ ਚਾਹੀਦੇ ਹੈ। ਇਹਨਾਂ ਦੀ ਵਰਤੋਂ ਨਾਲ ਹੀ ਕਹਾਣੀ ਹੈ ਜਿਹੜੀ ਉਹ ਸਫਲਤਾ ਦੇ ਨਾਲ ਅੱਗੇ ਵੱਧਦੀ ਹੈ। ਬਹੁਤ ਜ਼ਿਆਦਾ ਲੰਬੇ ਵਾਰਤਾਲਾਪ ਨਹੀਂ ਹੋਣੇ ਚਾਹੀਦੇ ਜਿਸ ਦੇ ਨਾਲ ਕਹਾਣੀ ਦਾ ਪ੍ਰਭਾਵ ਹੈ ਜਿਹੜਾ ਉਹ ਬਹੁਤ ਖਤਮ ਹੋ ਜਾਂਦਾ ਹੈ ਜਾਂ ਘਟ ਜਾਂਦਾ ਹੈ। ਤਾਂ ਵਾਰਤਾਲਾਪ ਹੈ ਜਿਹੜੇ ਉਹਨਾਂ ਦਾ ਕਹਾਣੀ ਦੇ ਵਿੱਚ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਅੱਗੇ ਹੈ ਵਾਤਾਵਰਨ। ਹੁਣ ਕਹਾਣੀ 'ਚ ਵਾਤਾਵਰਨ ਜਾਂ ਵਾਤਾਵਰਨ ਨੂੰ ਅਸੀਂ ਕਹਿ ਸਕਦੇ ਹਾਂ ਦ੍ਰਿਸ਼ ਚਿੱਤਰਨ, ਉਸ ਦਾ ਵੀ ਵਿਸ਼ੇਸ਼ ਮਹੱਤਵ ਹੁੰਦਾ ਹੈ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਪਾਤਰਾਂ ਦੇ ਅਨੁਸਾਰ ਹੀ ਉਹਨਾਂ ਦੇ ਵਾਰਤਾਲਾਪ ਹੋਣੇ ਚਾਹੀਦੇ ਹੈ ਤਾਂ ਵਾਤਾਵਰਨ ਹੈ ਜਿਹੜਾ ਉਹ ਵੀ ਕਥਾ ਜਾਂ ਪਾਤਰਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਕਹਾਣੀ ਵਿੱਚ ਜੀਵਨ ਦੀ ਕਿਸੇ ਇੱਕ ਘਟਨਾ ਦਾ ਆਪਾਂ ਵਰਣਨ ਕਰਦੇ ਹਾਂ, ਉਸ ਘਟਨਾ ਨੂੰ ਵਾਤਾਵਰਨ ਦੇ ਚਿੱਤਰਨ ਰਾਹੀਂ ਹੀ ਅਸੀਂ ਯਥਾਰਥਿਕਤਾ ਦੇ ਨਾਲ ਪੇਸ਼ ਕਰ ਸਕਦੇ ਹਾਂ। ਤਾਂ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਵਾਤਾਵਰਨ ਹੈ ਜਿਹੜਾ ਉਹ ਕਹਾਣੀ 'ਚ ਵਿਸ਼ੇਸ਼ ਸਥਾਨ ਰੱਖਦਾ ਹੈ। ਉਹੀ ਕਿ ਜੇਕਰ ਅਸੀਂ ਆਲਾ ਦੁਆਲਾ ਕਹਾਣੀ ਦਾ ਵਾਤਾਵਰਨ ਹੈ ਜਿਹੜਾ ਪੇਂਡੂ ਪਾਤਰਾਂ ਦੇ ਰਾਹੀਂ ਕਹਾਣੀ ਪੇਸ਼ ਕਰ ਰਹੇ ਹਾਂ, ਕੋਈ ਅਜਿਹੀ ਸਮੱਸਿਆ ਪੇਸ਼ ਕਰ ਰਹੇ ਹਾਂ ਜਿਹਦੀ ਪਿੱਠ ਭੂਮੀ ਸਾਡੇ ਪਿੰਡਾਂ ਨਾਲ ਸੰਬੰਧ ਰੱਖਦੀ ਹੈ ਤਾਂ ਵਾਤਾਵਰਨ ਉਹੋ ਜਿਹਾ ਹੋਣਾ ਚਾਹੀਦਾ ਹੈ। ਜੇਕਰ ਕੋਈ ਅਸੀਂ ਅਜਿਹੀ ਸਮੱਸਿਆ ਲੈ ਲਈ ਜਿਸ ਦਾ ਸੰਬੰਧ ਵਿਦੇਸ਼ ਦੇ ਵਿੱਚ ਹੈ, ਵਿਦੇਸ਼ ਦੇ ਵਿੱਚ ਕੋਈ ਘਟਨਾ ਵਾਪਰ ਰਹੀ ਹੈ ਤਾਂ ਉਸ ਦਾ ਵਾਤਾਵਰਨ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਬਹੁਤ ਸਾਰੇ ਕਹਾਣੀਕਾਰ ਹੈ ਜਿਹੜੇ ਉਹਨਾਂ ਦੀਆਂ ਕਹਾਣੀਆਂ ਪਾਠਕ ਇਸ ਗੱਲ ਕਰਕੇ ਜ਼ਿਆਦਾ ਪੜ੍ਹਦੇ ਹੈ ਕਿ ਉਹਨਾਂ ਦੇ ਵਿੱਚ ਵਾਤਾਵਰਨ ਬਹੁਤ ਹੀ ਵਧੀਆ ਚਿਤਰਿਆ ਹੁੰਦਾ ਹੈ। ਵਿਸ਼ੇਸ਼ ਤੌਰ ਤੇ ਅਸੀਂ ਜਿਹੜੇ ਸਾਡੇ ਪੁਰਾਣੇ ਪੰਜਾਬੀ ਕਹਾਣੀਕਾਰ ਹੈ ਉਹਨਾਂ ਦੇ ਵਿੱਚ ਇਹ ਤੱਤ ਹੈ ਜਿਹੜਾ ਉਸ ਦੀ ਜ਼ਿਆਦਾ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਨੇ ਉਹਦਾ ਚਿੱਤਰਨ ਬਹੁਤ ਬਖੂਬੀ ਕੀਤਾ ਹੁੰਦਾ ਹੈ। ਅਗਲਾ ਜਿਹੜਾ ਸਾਡਾ ਹੈ ਤੱਤ ਉਹ ਹੈ ਭਾਸ਼ਾ ਤੇ ਸ਼ੈਲੀ। ਹੁਣ ਭਾਸ਼ਾ ਤੇ ਸ਼ੈਲੀ ਹੈ ਜਿਹੜੀ ਉਸ ਦਾ ਵੀ ਕਹਾਣੀ ਰਚਨਾ ਦੇ ਵਿੱਚ ਵਿਸ਼ੇਸ਼ ਸਥਾਨ ਹੈ ਕਿਉਂਕਿ ਜਦੋਂ ਅਸੀਂ ਸਾਹਿਤ ਰਚਨਾ ਕਰਦੇ ਹਾਂ ਤਾਂ ਉਹ ਕਿਸੇ ਨਾ ਕਿਸੇ ਭਾਸ਼ਾ ਦੇ ਰਾਹੀਂ ਹੀ ਵਿਚਾਰਾਂ ਦਾ ਪ੍ਰਗਟਾਓ ਹੁੰਦਾ ਤੇ ਭਾਸ਼ਾ ਤੇ ਸ਼ੈਲੀ ਹੈ ਜਿਹੜੀ ਇਹ ਸਾਹਿਤ ਸਿਰਜਣਾ ਦੇ ਪ੍ਰਮੁੱਖ ਸੰਦ ਹੁੰਦੇ ਹੈ। ਕਹਾਣੀ ਦੇ ਵਿੱਚ ਸ਼ਬਦਾਂ ਦਾ ਸਜੀਵ, ਰੌਚਕ, ਸੰਕੇਤਕ ਤੇ ਪ੍ਰਭਾਵਸ਼ਾਲੀ ਚਿੱਤਰਨ ਹੋਣਾ ਚਾਹੀਦਾ ਹੈ। ਇਹ ਭਾਸ਼ਾ ਤੇ ਸ਼ੈਲੀ ਹੀ ਬਣਾਉਂਦੀ ਹੈ ਕਿਉਂਕਿ ਜੇਕਰ ਕਹਾਣੀਕਾਰ ਹੈ ਜਿਹੜਾ ਉਹ ਮੁਹਾਵਰਿਆਂ, ਅਖੌਤਾਂ ਦੀ ਖੁੱਲ੍ਹ ਕੇ ਵਰਣਨ ਕਰਦਾ ਹੈ, ਖੁੱਲ੍ਹ ਕੇ ਪੇਸ਼ਕਾਰੀ ਕਰਦਾ ਹੈ
ਤਾਂ ਉਹਦੀ ਭਾਸ਼ਾ ਜਿਹੜੀ ਉਹ ਵਧੇਰੇ ਰੌਚਕ ਬਣ ਜਾਂਦੀ ਹੈ। ਇਹਦੇ ਨਾਲ ਕਹਾਣੀ ਦੀ ਚਾਲ ਹੈ ਜਿਹੜੀ ਉਹ ਵੀ ਚੁਸਤ ਹੋ ਜਾਂਦੀ ਹੈ। ਤਾਂ ਭਾਸ਼ਾ ਦੀ ਚੋਣ ਸਮੇਂ ਆਮ ਹੀ ਮੰਨਿਆ ਜਾਂਦਾ ਹੈ ਕਿ ਲੇਖਕ ਨੂੰ ਕੇਂਦਰੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰ ਅੱਜ-ਕੱਲ੍ਹ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਕਹਾਣੀਕਾਰ ਹੈ ਜਿਹੜੇ ਉਹ ਕਿਸੇ ਉਪਭਾਸ਼ਾ ਦੀ ਵਰਤੋਂ ਕਰਦੇ ਹੈ, ਤਦ ਵੀ ਉਹਨਾਂ ਦੀ ਕਹਾਣੀ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ। ਉਹਦਾ ਇਹੀ ਕਾਰਨ ਹੈ ਕਿ ਉਹਨਾਂ ਨੇ ਵਾਤਾਵਰਣ ਦੇ ਨਾਲ-ਨਾਲ ਪਾਤਰ ਚਿੱਤਰਨ ਜਾਂ ਉਹਨਾਂ ਦੇ ਵਾਰਤਾਲਾਪ ਹਰ ਇੱਕ ਚੀਜ਼ ਦੇ ਵਿੱਚ, ਹਰ ਇੱਕ ਤੱਤ ਦੇ ਵਿੱਚ ਤਾਲਮੇਲ ਹੈ ਜਿਹੜਾ ਉਹ ਬਣਾਇਆ ਹੋਇਆ ਹੁੰਦਾ। ਤਾਂ ਵਾਰਤਾਲਾਪ ਹੈ ਜਿਹੜੇ ਉਸ ਸਮੇਂ ਪਾਤਰਾਂ ਦੀ ਮਾਨਸਿਕਤਾ, ਉਹਨਾਂ ਦਾ ਵਿਦਿਅਕ ਪੱਧਰ, ਉਹਨਾਂ ਦਾ ਸੁਭਾਅ ਇਹ ਦੇਖ ਲੈਣਾ ਚਾਹੀਦਾ ਹੈ। ਉਹਦੇ ਅਨੁਸਾਰ ਹੀ ਭਾਸ਼ਾ ਜਾਂ ਬੋਲੀ ਹੋਣੀ ਚਾਹੀਦੀ ਹੈ। ਜੇਕਰ ਅਜਿਹਾ ਨਾ ਕਰੀਏ ਤਾਂ ਕਹਾਣੀ ਦੀ ਰੌਚਕ ਹੀ ਨਹੀਂ ਰਹਿੰਦੀ ਤੇ ਸਾਨੂੰ ਉਹ ਕਹਾਣੀ ਹੈ ਜਿਹੜੀ ਉਹ ਸਜੀਵ ਹੀ ਨਹੀਂ ਲੱਗਦੀ। ਤਾਂ ਸ਼ੈਲੀ ਹੈ ਜਿਹੜੀ ਉਹ ਕਹਾਣੀਕਾਰ ਦੀ ਸ਼ਖਸੀਅਤ ਤੇ ਉਹਦੀਆਂ ਕਿਸ ਤਰ੍ਹਾਂ ਦੀਆਂ ਰੁਚੀਆਂ ਨੇ, ਕਿਸ ਤਰ੍ਹਾਂ ਦਾ ਉਹਦਾ ਅਨੁਭਵ ਹੈ, ਉਹਦੇ ਤੇ ਨਿਰਭਰ ਕਰਦੀ ਹੈ। ਇਹ ਅਸਲ ਦੇ ਵਿੱਚ ਕਹਾਣੀ ਬਿਆਨ ਕਰਨ ਦੀ ਇੱਕ ਵਿਧੀ ਹੁੰਦੀ ਹੈ ਜਿਹਨੂੰ ਅਸੀਂ ਸਟਾਈਲ ਕਹਿੰਦੇ ਹਾਂ। ਤਾਂ ਜਿਹੜਾ ਕਹਾਣੀਕਾਰ ਹੈ ਉਹ ਕਿਸੇ ਵੀ ਸ਼ੈਲੀ ਦੀ ਵਰਤੋਂ ਕਰ ਸਕਦਾ ਹੈ। ਬਹੁਤ ਸਾਰੀਆਂ ਸ਼ੈਲੀਆਂ ਕਹਾਣੀ ਦੇ ਵਿੱਚ ਪ੍ਰਚਲਿਤ ਹੈ, ਜਿਨ੍ਹਾਂ ਦੇ ਵਿੱਚੋਂ ਆਮ ਹੈਗੀਆਂ ਨੇ ਕਥਾਤਮਿਕ ਸ਼ੈਲੀ, ਆਤਮ ਕਥਾ ਸ਼ੈਲੀ, ਪੱਤਰਾਤਮਿਕ ਸ਼ੈਲੀ, ਵਾਰਤਾਲਾਪੀ ਸ਼ੈਲੀ, ਡਾਇਰੀ ਸ਼ੈਲੀ। ਅਸਲ ਦੇ ਵਿੱਚ ਇਹਨਾਂ ਦੇ ਨਾਂ ਹੀ ਦੱਸਦੇ ਹੈ ਕਿ ਉਸ ਤਰ੍ਹਾਂ ਦੀ ਹੀ ਉਹ ਕਹਾਣੀ ਦੇ ਵਿੱਚ ਸ਼ੈਲੀ ਵਰਤੀ ਹੋਊਗੀ ਜਿਸ ਤਰ੍ਹਾਂ ਦਾ ਇਹ ਨਾਂ ਹੈ। ਜਿਵੇਂ ਆਤਮ ਕਥਾਤਮਕ ਤਾਂ ਆਪਣੀ ਕਹਾਣੀ ਹੋਊਗੀ, ਠੀਕ ਹੈ। ਤਾਂ ਜਿਹੜੀ ਕਥਾਤਮਿਕ ਸ਼ੈਲੀ ਹੈ, ਵੱਧ ਤੋਂ ਵੱਧ ਕਹਾਣੀਕਾਰ ਇਸ ਦੀ ਹੀ ਵਰਤੋਂ ਕਰਦੇ ਹੈ। ਅਗਲਾ ਹੈ ਜਿਹੜਾ ਤੱਤ ਬੇਟਾ, ਉਹ ਹੈ ਉਦੇਸ਼। ਨਿੱਕੀ ਕਹਾਣੀ ਹੈ ਜਿਹੜੀ ਉਸਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ। ਕਹਾਣੀਕਾਰ ਹੈ ਜਿਹੜਾ ਉਹ ਆਪਣੇ ਮਨ ਦੇ ਵਿੱਚ ਉਸ ਉਦੇਸ਼ ਨੂੰ ਰੱਖਦਾ ਹੈ, ਤਾਂ ਉਸ ਤੋਂ ਬਾਅਦ ਹੀ ਉਹ ਪਾਤਰ ਤੇ ਘਟਨਾਵਾਂ ਦੀ ਚੋਣ ਕਰਦਾ ਹੈ ਜਿਸ ਦੇ ਨਾਲ ਆਪਣੇ ਉਦੇਸ਼ ਦੀ ਪ੍ਰਾਪਤੀ ਦੇ ਵੱਲ ਕਹਾਣੀ ਵੱਧਦੀ ਹੈ। ਤਾਂ ਇਹ ਜਿਹੜਾ ਇੱਕ ਕਹਾਣੀ ਦੇ ਵਿੱਚ ਤੱਥ ਪੇਸ਼ ਕੀਤਾ ਹੁੰਦਾ ਹੈ ਉਹ ਕੋਈ ਸੱਚ ਹੋ ਸਕਦਾ ਹੈ, ਇਹ ਮਨੋਵਿਗਿਆਨਿਕ, ਸਮਾਜਿਕ, ਆਰਥਿਕ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ। ਤਾਂ ਮਨੁੱਖ ਹੈ ਜਿਹੜਾ ਉਸ ਦੇ ਸੁਭਾਅ ਨੂੰ ਕਹਾਣੀਕਾਰ ਕਹਾਣੀ ਦੇ ਰਾਹੀਂ ਪੇਸ਼ ਕਰਨਾ ਚਾਹੁੰਦਾ ਹੈ, ਤਾਂ ਉਹਦੀ ਹੀ ਜ਼ਿੰਦਗੀ ਦੀ ਵਿਆਖਿਆ ਕਰਦਾ ਹੈ। ਉਹਦੀ ਜ਼ਿੰਦਗੀ ਦੇ ਕਿਸੇ ਇੱਕ ਪੱਖ ਨੂੰ ਜਾਂ ਇੱਕ ਪਹਿਲੂ ਨੂੰ ਧਿਆਨ ਦੇ ਵਿੱਚ ਰੱਖਦਾ ਹੈ, ਤਾਂ ਉਹੀ ਉਸ ਦਾ ਉਦੇਸ਼ ਹੁੰਦਾ ਹੈ ਕਿ ਇਹ ਇੱਕ ਪੱਖ ਜਾਂ ਇੱਕ ਪਹਿਲੂ ਹੈ, ਉਸ ਨੂੰ ਮੈਂ ਪਾਠਕਾਂ ਦੇ ਸਾਹਮਣੇ ਪੇਸ਼ ਕਰਨਾ ਹੈ। ਤਾਂ ਬੇਟਾ ਇਹ ਸਾਰਾ ਜਿਹੜੇ ਅਸੀਂ ਕਹਾਣੀ ਦੇ ਤੱਤ ਹੈ ਜਿਹੜੇ ਉਹਨਾਂ ਦਾ ਵਰਣਨ ਕੀਤਾ ਹੈ, ਤਾਂ ਇਹਨਾਂ ਬਾਰੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਸਫਲ ਕਹਾਣੀ ਉਹੀ ਹੁੰਦੀ ਹੈ ਜਿਹਦੇ ਵਿੱਚ ਇਹਨਾਂ ਸਾਰੇ ਤੱਤਾਂ ਦਾ ਧਿਆਨ ਰੱਖਿਆ ਹੋਵੇ, ਸਾਰੇ ਤੱਤਾਂ ਦਾ ਅਨੁਪਾਤ ਨਿਸ਼ਚਿਤ ਹੋਵੇ। ਇਹਦੇ ਵਿੱਚੋਂ ਕਿਸੇ ਇੱਕ ਤੱਤ ਬਾਰੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਦੀ ਬਹੁਤੀ ਲੋੜ ਨਹੀਂ ਜਾਂ ਇਸ ਨੂੰ ਕਹਾਣੀਕਾਰ ਅੱਖੋਂ ਓਹਲੇ ਕਰ ਸਕਦਾ ਹੈ, ਨਹੀਂ ਕਰ ਸਕਦਾ, ਕਿਉਂਕਿ ਫਿਰ ਕਹਾਣੀ ਹੈ ਜਿਹੜੀ ਉਹ ਬਹੁਤੀ ਸਫਲ ਨਹੀਂ ਹੋ ਸਕਦੀ। ਤਾਂ ਇਸ ਲਈ ਇਹ ਕਹਾਣੀ ਦੇ ਅਜਿਹੇ ਤੱਤ ਹੈ ਜਿਨ੍ਹਾਂ ਦਾ ਯੋਗ ਨਿਭਾ ਕਹਾਣੀ ਨੂੰ ਸਫਲਤਾ ਤੇ ਸਾਹਿਤਿਕ ਉੱਤਮਤਾ ਪ੍ਰਦਾਨ ਕਰਦਾ ਹੈ। ਤਾਂ ਅੱਜ ਦੀ ਜਿਹੜੀ ਸਾਡੀ ਕਹਾਣੀ ਹੈ ਇਹ ਵੱਖੋ ਵੱਖਰੇ ਰੂਪਾਂ ਦੇ ਵਿੱਚੋਂ ਨਿਕਲਦੀ ਹੋਈ ਸਾਡੇ ਤੱਕ ਪਹੁੰਚੀ ਹੈ। ਜੇਕਰ ਅਸੀਂ ਪੰਜਾਬੀ ਕਹਾਣੀ ਦੇ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਇਹ ਲਗਭਗ 1850 ਤੋਂ ਹੌਲੀ-ਹੌਲੀ ਸਾਡੇ ਸਾਹਮਣੇ ਆਉਂਦੀ ਗਈ। ਭਾਸ਼ਾ ਜਿਵੇਂ ਜਿਵੇਂ ਨਿਖਰਦੀ ਗਈ ਤਾਂ ਵੱਖੋ ਵੱਖਰੇ ਕਹਾਣੀਕਾਰਾਂ ਨੇ ਕਹਾਣੀਆਂ ਲਿਖੀਆਂ। ਉਹਨਾਂ ਵਿੱਚੋਂ ਬਹੁਤ ਸਾਰੇ ਕਹਾਣੀਕਾਰ ਹੈ ਜਿਹੜੇ ਉਹਨਾਂ ਨੇ ਵਿਸ਼ਵ ਪੱਧਰ ਤੱਕ ਵੀ ਪ੍ਰਸਿੱਧੀ ਪ੍ਰਾਪਤ ਕੀਤੀ। ਸਾਡੇ ਪ੍ਰਸਿੱਧ ਪੰਜਾਬੀ ਦੇ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ, ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ, ਮਹਿੰਦਰ ਸਿੰਘ ਸਰਨਾ ਤੇ ਮੋਹਨ ਭੰਡਾਰੀ ਹੈ। ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਪੰਜਾਬੀ ਦੇ ਵਿੱਚ ਹੀ ਨਹੀਂ, ਭਾਰਤ ਦੀਆਂ ਹੋਰ ਭਾਸ਼ਾਵਾਂ ਜਾਂ ਸੰਸਾਰ ਦੀਆਂ ਪ੍ਰਮੁੱਖ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦਿਤ ਹੋਈਆਂ। ਇਸ ਤੋਂ ਇਲਾਵਾ ਬੇਟਾ ਔਰਤ ਕਹਾਣੀਕਾਰਾਂ ਨੇ ਵੀ ਕਹਾਣੀ ਦੇ ਖੇਤਰ ਦੇ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ, ਜਿਨ੍ਹਾਂ ਵਿੱਚੋਂ ਪ੍ਰਮੁੱਖ ਨੇ ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਅਜੀਤ ਕੌਰ, ਸੁਖਵੰਤ ਕੌਰ ਤੇ ਅੱਜ
ਵੀ ਔਰਤ ਕਹਾਣੀਕਾਰਾਂ ਨੇ ਉਹ ਹੋਰ ਕਹਾਣੀਆਂ ਲਿਖ ਰਹੀਆਂ ਨੇ। ਤਾਂ ਇਹਨਾਂ ਤੋਂ ਇਲਾਵਾ ਰਾਮ ਸਰੂਪ ਅਣਖੀ, ਗੁਰਬਚਨ ਸਿੰਘ ਭੁੱਲਰ, ਪ੍ਰੇਮ ਗੋਰਖੀ, ਇਹ ਸਾਡੇ ਨਵੀਂ ਪੀੜ੍ਹੀ ਦੇ ਕਹਾਣੀਕਾਰ ਮੰਨੇ ਜਾਂਦੇ ਆ। ਇਸ ਤੋਂ ਇਲਾਵਾ ਮਿੰਨੀਆਂ ਕਹਾਣੀਆਂ ਵੀ ਲਿਖੀਆਂ ਜਾਂਦੀਆਂ ਨੇ। ਮਿੰਨੀ ਕਹਾਣੀ ਅਸਲ ਦੇ ਵਿੱਚ ਜਿਹੜੀ ਸਾਡੀ ਇਹ ਨਿੱਕੀ ਕਹਾਣੀ ਹੈ, ਉਸ ਤੋਂ ਵੀ ਉਹਦਾ ਛੋਟਾ ਰੂਪ ਹੁੰਦਾ ਹੈ, ਉਸ ਤੋਂ ਵੀ ਜ਼ਿਆਦਾ ਸੰਖੇਪ ਹੁੰਦੀ ਹੈ। ਤਾਂ ਇਹ ਪੰਜਾਬੀ ਕਹਾਣੀ ਹੈ ਜਿਹੜੀ, ਤਾਂ ਕਿੱਥੋਂ ਚੱਲ ਕੇ ਅੱਜ ਦੇ ਰੂਪ ਤੱਕ ਸਾਡੇ ਕੋਲ ਪਹੁੰਚੀ। ਅੱਜ ਵੀ ਅਸੀਂ ਬਹੁਤ ਦਿਲਚਸਪੀ ਦੇ ਨਾਲ ਕਹਾਣੀਆਂ ਜਿਹੜੀਆਂ ਉਹ ਪੜ੍ਹਦੇ ਹਾਂ, ਸੁਣਦੇ ਹਾਂ। ਤਾਂ ਜੇ ਸਾਡੀ ਸਾਹਿਤ ਦੇ ਵਿੱਚ ਰੁਚੀ ਹੈ ਤਾਂ ਸਾਨੂੰ ਇਹ ਸਾਹਿਤ ਦੀ ਵਿਧਾ ਬਾਰੇ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਕਹਾਣੀਆਂ ਜਿਹੜੀਆਂ ਪੜ੍ਹੀਆਂ ਹੋਈਆਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਸਲੇ ਸੁਲਝਾਉਣ ਦੇ ਕੰਮ ਆਉਂਦੀਆਂ ਨੇ। ਤਾਂ ਮੈਨੂੰ ਯਕੀਨ ਹੈ ਕਿ ਤੁਸੀਂ ਨਿੱਕੀ ਕਹਾਣੀ ਬਾਰੇ ਹੁਣ ਕਾਫੀ ਕੁਝ ਜਾਣ ਲਿਆ ਹੋਊਗਾ ਤੇ ਇਹਦੇ ਆਧਾਰ ਤੇ ਬੇਟਾ ਇਹਦਾ ਅਭਿਆਸ ਤੁਸੀਂ ਆਪਣੇ ਆਪ ਹੱਲ ਕਰ ਸਕਦੇ ਹੋ। ਤੁਹਾਨੂੰ ਕੋਈ ਵੀ ਮੁਸ਼ਕਲ ਨਹੀਂ ਆਉਣੀ।